ਜਿਹੜੀ ਇਹ ਸਹਿਕਾਰਤਾ ਮਿਨਿਸਟਰੀ ਬਣਾਈ ਆ ਉਹਦੇ ਲਈ ਇਹਨਾਂ ਨੇ ਬਣਾ ਦਿੱਤੇ ਨੇ ਮਿਨਿਸਟਰ ਅਮਿਤ ਸ਼ਾਹ ਜੀ ਨੇ ਜੀ 5 ਤੋਂ 6 ਲੱਖ ਕਰੋੜ ਰੁਪਏ ਦਾ ਇਹ ਜਿਹੜਾ ਬਿਜ਼ਨਸ ਆ ਇਹ ਕੋਆਪਰੇਟਿਵ ਬੈਂਕਾਂ ਦੇ ਕੋਲ ਪਿਆ ਤੇ ਇਹਨਾਂ ਬੈਂਕਾਂ ਨੂੰ ਆਰਬੀਆਈ ਦੇ ਨਾਲ ਜੋੜਿਆ ਜਾਵੇ ਤੇ ਮੁੜ ਕੇ ਇਹਨਾਂ ਦਾ ਵੀ ਜਿਹੜਾ ਆ ਉਹ ਕੰਮ ਜਿਹੜਾ ਆ ਸੈਂਟਰ ਸਰਕਾਰ ਕੋਲ ਆਵੇ। ਇਸ ਸਰਕਾਰ ਨੇ ਆਰਬੀਆਈ ਤੋਂ ਪਿਛਲੇ 6 ਸਾਲਾਂ 'ਚ 5.5 ਲੱਖ ਕਰੋੜ ਰੁਪਈਆ ਲੈ ਕੇ ਤੇ ਖਰਚ ਲਿਆ। ਹਰ ਰਾਸ਼ਟਰ ਮੁਖੀ ਦੀ ਵੱਖਰੀ ਫਾਈਲ ਬਣਾ ਕੇ ਦੱਸਿਆ ਕਿ ਕਿਹੜਾ ਰਾਸ਼ਟਰ ਮੁਖੀ ਕਿਹੜਾ ਦੇਸ਼ ਦਾ ਮੁਖੀ, ਚਾਹੇ ਉਹ ਰਾਸ਼ਟਰਪਤੀ ਆ ਚਾਹੇ ਉੱਥੇ ਦਾ ਪ੍ਰਧਾਨ ਮੰਤਰੀ ਆ, ਉਹ ਆਪਣੇ ਦੇਸ਼ ਦੇ ਵਿੱਚ ਪ੍ਰੈਸ ਦੀ ਆਵਾਜ਼ ਨੂੰ ਦੱਬਣ ਲਈ, ਕੁਚਲਣ ਲਈ ਜਾਂ ਆਪਣੇ ਤਰੀਕੇ ਨਾਲ ਬੁਲਵਾਉਣ ਲਈ ਕੀ ਕਰਦਾ। ਇਹਨਾਂ 37 ਦੇ ਵਿੱਚੋਂ 13 ਨਾਂ ਜਿਹੜੇ ਆ ਉਹ ਏਸ਼ੀਆ 'ਚੋਂ ਨੇ ਤੇ ਤੁਹਾਨੂੰ ਮਾਣ ਹੋਣਾ ਚਾਹੀਦਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਨਾਮ ਵੀ ਉਸ ਲਿਸਟ 'ਚ ਸ਼ਾਮਲ ਆ ਜਿਹੜੇ ਪ੍ਰੈਸ ਦੀ ਆਵਾਜ਼ ਨੂੰ ਦਬਾਉਂਦੇ ਆ। ਪਰ ਇੱਕ ਗੱਲ ਹੈਗੀ ਆ ਕਿ ਸਾਡੇ ਜਿਹੜੇ ਲੋਕਾਂ ਦੀ ਸਹਿਣ ਸ਼ਕਤੀ ਆ ਉਹ ਦਿਨ ਪ੍ਰਤੀ ਦਿਨ ਬਹੁਤ ਜ਼ਿਆਦਾ ਵਧੀ ਜਾਂਦੀ। 60 ਰੁਪਏ ਵਾਲੀ ਚੀਜ਼ 62 ਰੁਪਏ ਨੂੰ ਮਿਲਦੀ ਆ, 63 ਰੁਪਏ ਨੂੰ ਮਿਲਦੀ ਆ, 64 ਨੂੰ ਮਿਲਦੀ ਆ, 65 ਨੂੰ ਮਿਲਦੀ ਆ, ਕਦੀ 20 ਪੈਸੇ ਵੱਧ ਜਾਂਦੀ ਆ, ਕਦੀ ਉਹ 25 ਪੈਸੇ ਵੱਧ ਜਾਂਦੀ ਆ, ਕਦੀ ਉਹ 54 ਵੱਧ ਜਾਂਦੀ ਆ, ਕਦੀ ਥੇਲੀ ਵੱਧ ਜਾਂਦੀ ਆ, 100 ਰੁਪਏ ਤੱਕ ਹੋ ਗਈ ਤੇ ਹਾਲੇ ਵੀ ਪ੍ਰਦਰਸ਼ਨ ਕੌਣ ਕਰ ਰਿਹਾ? ਸਿਰਫ ਕਿਸਾਨ। ਬ੍ਰਾਜ਼ੀਲ ਦੇ ਵਿੱਚ ਜੀ ਪਿਛਲੇ ਕਾਫੀ ਦਿਨਾਂ ਤੋਂ ਕੋਵੈਕਸੀਨ ਦੇ ਨਾਮ ਦੇ ਨਾਲ ਹੱਲਾ ਗੁੱਲਾ ਮਚਿਆ, ਉੱਥੇ ਬਵਾਲ ਮਚਿਆ ਹੋਇਆ, ਰੌਲਾ ਪਿਆ ਹੋਇਆ, ਜਾਂਚ ਤੱਕ ਹੋਣ ਡਈ ਆ, ਸੰਸਦ ਦੇ ਵਿੱਚ ਵੀ ਰੌਲਾ ਪੈ ਰਿਹਾ। ਭਾਰਤ ਬਾਇਓਟੈਕ ਇੱਕ ਬਹੁਤ ਵੱਡੀ ਕੰਪਨੀ ਹੈ, ਪੂਰੀ ਦੁਨੀਆ 'ਚ ਉਹਨਾਂ ਦਾ ਨਾਂ ਆ। ਉਹਨਾਂ ਨੂੰ ਇਹ ਗੱਲ ਸਾਹਮਣੇ ਆ ਕੇ ਦੱਸਣੀ ਚਾਹੀਦੀ ਆ ਵੀ ਅਸੀਂ ਇਹ ਜਿਹੜਾ ਟੀਕਾ ਆ ਇਹਦੀ ਮਨਜ਼ੂਰੀ ਸਾਡੇ ਕੋਲ ਹੈਗੀ ਸੀ ਕਿ ਨਹੀਂ ਹੈਗੀ ਸੀ। ਉੱਥੇ ਇਸ ਜਿਹੜੀ ਜਾਂਚ ਆ, ਜਿਹੜੀ ਇਹ ਸੌਦਾ ਆ ਉਹਨੂੰ ਰੱਦ ਕਰ ਦਿੱਤਾ ਗਿਆ ਸੀ। ਇੱਥੇ ਇੰਨਾ ਰੌਲਾ ਪਿਆ ਹੋਇਆ, ਜੇ ਕਿਸੇ ਵੀ ਆਮ ਬੰਦੇ ਨੂੰ ਪੁੱਛ ਲਓ ਕਿ ਤੁਹਾਨੂੰ ਕੋਵੈਕਸੀਨ ਬਾਰੇ ਪਤਾ ਤੇ ਉਹ ਕਹਿੰਦੇ ਹਾਂ ਇਹ ਉਹ ਟੀਕਾ ਆ ਜਿਹੜਾ ਹਿੰਦੁਸਤਾਨ ਤੋਂ ਆਉਣਾ ਸੀ ਤੇ ਜਿਹਦੇ 'ਚ ਕੁਝ ਘਪਲਾ ਹੋਣਾ ਆ ਤੇ ਇਹ ਅਸੀਂ ਜੇ ਆਊਗਾ ਤਾਂ ਅਸੀਂ ਇਹ ਟੀਕਾ ਜਿਹੜਾ ਆ ਉਹ ਨਹੀਂ ਲਗਾਉਣਾ। ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਵਿਚਾਰ ਚਰਚਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਡੇ ਮਾਹਿਰ ਮਹਿਮਾਨ ਹੋਣਗੇ ਅੰਮ੍ਰਿਤਪਾਲ ਸ਼ਰਮਾ ਜੀ, ਜਿਨ੍ਹਾਂ ਦੇ ਨਾਲ ਗੱਲ ਕਰਾਂਗੇ ਅਸੀਂ ਕਰੋਨਾ ਮਹਾਮਾਰੀ ਦੀ, ਕਰੋਨਾ ਟੀਕਿਆਂ ਨੂੰ ਲੈ ਕੇ ਪਏ ਰੇੜਕੇ ਦੀ, ਕਿਸਾਨ ਅੰਦੋਲਨ ਦੀ ਤੇ ਪਹਿਲੀ ਵਾਰ ਬਣਾਏ ਗਏ ਸਹਿਕਾਰਤਾ ਵਿਭਾਗ ਦੀ। ਸਤਿ ਸ਼੍ਰੀ ਅਕਾਲ ਸ਼ਰਮਾ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਸੁਲੀਨ ਜੀ। ਪਹਿਲੀ ਵਾਰ ਨਵਾਂ ਸਹਿਕਾਰਤਾ ਵਿਭਾਗ ਬਣਿਆ ਤੇ ਤੁਹਾਡਾ ਕੀ ਕਹਿਣਾ ਇਸ ਬਾਰੇ? ਤੁਸੀਂ ਇਹ ਪਹਿਲਾਂ ਪੁੱਛੋ ਕਿ ਸਹਿਕਾਰਤਾ ਵਿਭਾਗ ਜਿਹੜਾ ਨਵਾਂ ਬਣਿਆ ਉਹਦੇ 'ਚ ਮੰਤਰੀ ਕਿਹਨੂੰ ਲਾਇਆ? ਉਹ ਤੁਸੀਂ ਆਪੇ ਦੱਸ ਦਿਓ। ਉਹਦੇ 'ਚ ਵਿਭਾਗ ਤਾਂ ਨਵਾਂ ਬਣਾਤਾ ਪਰ ਮੰਤਰੀ ਕੋਈ ਨਵਾਂ ਨਹੀਂ ਲਾਇਆ ਤੇ ਮਿਨਿਸਟਰੀ ਇਹ ਮੁੜ ਕੇ ਫਿਰ ਅਮਿਤ ਸ਼ਾਹ ਨੂੰ ਦੇ ਦਿੱਤੀ। ਅੱਛਾ। ਤੇ ਇੱਥੋਂ ਇਹ ਗੱਲ ਸੋਚਣ ਦੀ ਬਣਦੀ ਆ ਕਿ ਇਹ ਵਿਭਾਗ ਜਿਹੜਾ ਆ ਉਹ ਕਿੰਨਾ ਜ਼ਰੂਰੀ ਤੇ ਕਿੰਨਾ ਇੰਪੋਰਟੈਂਟ ਹੋਊਗਾ, ਜਿਹਦੇ ਵਿੱਚ ਕਿਸੇ ਨਵੀਂ ਮਿਨਿਸਟਰੀ ਸੀ, ਇੱਕ ਨਵੀਂ ਕ੍ਰੀਏਟ ਕੀਤੀ ਸੀ, ਉਹਦੇ ਲਈ ਕਿਸੇ ਹੋਰ ਬੰਦੇ ਦੀ ਵੀ ਡਿਊਟੀ ਲਾਈ ਜਾ ਸਕਦੀ ਸੀ ਪਰ ਉਹਦੇ ਲਈ ਬਹੁਤ ਬਿਜ਼ੀ ਜਿਹੜੇ ਮਿਨਿਸਟਰ ਨੇ। ਹੋਮ ਮਿਨਿਸਟਰੀ ਪਹਿਲਾਂ ਹੀ ਆਪਣੇ ਆਪ 'ਚ ਇੱਕ ਬਹੁਤ ਵੱਡਾ ਵਿਭਾਗ ਹੈ ਤੇ ਉਹਨਾਂ ਨੂੰ ਹੀ ਇਹ ਸਹਿਕਾਰਤਾ ਵਿਭਾਗ ਜਿਹੜਾ ਦੇ ਦਿੱਤਾ ਗਿਆ, ਜਿਹਨੂੰ ਅਸੀਂ ਕੋਆਪਰੇਟਿਵ ਮਿਨਿਸਟਰੀ ਵੀ ਕਹਿੰਦੇ ਹਾਂ। ਕੇਂਦਰ ਲਈ ਇਹ ਵਿਭਾਗ ਨਵਾਂ ਹੋਊਗਾ ਪਰ ਪੰਜਾਬ ਦੇ ਵਿੱਚ ਕੋਆਪਰੇਟਿਵ ਮਿਨਿਸਟਰਸ ਬਹੁਤ ਪਹਿਲਾਂ ਤੋਂ ਕੋਆਪਰੇਸ਼ਨ ਜਿਹੜੀਆਂ ਮੂਵਮੈਂਟਸ ਸਾਡੇ ਚੱਲਦੀਆਂ, ਚਾਹੇ ਉਹ ਡੇਅਰੀ ਫਾਰਮਿੰਗ ਨਾਲ ਜੁੜੀਆਂ ਹੋਈਆਂ ਨੇ, ਚਾਹੇ ਸਾਡੀਆਂ ਸਹਿਕਾਰੀ ਸਭਾਵਾਂ ਨੇ ਜਿਹੜੀਆਂ ਛੋਟੇ ਕਰਜ਼ੇ ਦਿੰਦੀਆਂ ਨੇ ਤੇ ਖੇਤੀਬਾੜੀਆਂ ਲਈ ਖਾਦਾਂ ਤੇ ਦਵਾਈਆਂ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਮੁਹੱਈਆ ਕਰਵਾਉਂਦੀਆਂ ਜੀ। ਖੇਤੀਬਾੜੀ ਸੁਸਾਇਟੀਆਂ ਜਿਹੜੀਆਂ ਸਾਡੀਆਂ ਕੋਆਪਰੇਟਿਵ ਸੁਸਾਇਟੀਆਂ ਨੇ ਪੰਜਾਬ ਦੇ ਵਿੱਚ, ਉਹ ਹੋਰ ਵੀ ਬਹੁਤ ਸਾਰੇ ਕੰਮ ਕਰਦੀਆਂ। ਕਈਆਂ ਪਿੰਡਾਂ ਦੇ ਵਿੱਚ ਬਹੁਤ ਚੰਗੇ ਲੈਵਲ ਦੀਆਂ ਖੇਤੀਬਾੜੀ ਸੁਸਾਇਟੀਆਂ, ਕੋਆਪਰੇਟਿਵ ਸੁਸਾਇਟੀਆਂ ਬਣੀਆਂ ਹੋਈਆਂ ਨੇ ਜਿਹੜੀਆਂ ਖੇਤੀ ਦੇ ਔਜ਼ਾਰ ਪਿੰਡਾਂ ਦੇ ਲੋਕਾਂ ਨੂੰ ਦਿੰਦੀਆਂ ਨੇ, ਜਾਂ ਗੋਬਰ ਗੈਸ ਪਲਾਂਟ ਲਾਏ ਹੋਏ ਨੇ, ਜਾਂ ਪਿੰਡਾਂ ਦੇ ਵਿੱਚ ਹੋਰ ਭਲਾਈ ਦੇ ਕੰਮ ਵੀ ਬਹੁਤ ਸਾਰੀਆਂ ਜਿਹੜੀਆਂ ਕੋਆਪਰੇਸ਼ਨ ਮੂਵਮੈਂਟਸ ਜਿਹੜੀਆਂ ਉਹ ਕਰਦੀਆਂ। ਪਰ ਇੱਥੇ ਜਿਹੜਾ ਸਹਿਕਾਰਤਾ ਵਿਭਾਗ ਬਣਿਆ ਆ, ਇਹਦੀ ਆਪਾਂ ਗੱਲ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਮੈਨੂੰ ਇੱਦਾਂ ਲੱਗਦਾ ਕਿ ਮੋਦੀ ਸਰਕਾਰ ਨੂੰ ਨਾ ਜਿਹੜਾ ਬਦਲਾਵ ਆ ਉਹ ਬਹੁਤ ਪਸੰਦ ਆ। ਇਹਨਾਂ ਨੇ ਪਲੈਨਿੰਗ ਕਮਿਸ਼ਨ ਨੂੰ ਤੋੜ ਕੇ ਨੀਤੀ ਆਯੋਗ ਬਣਾਤਾ ਸੀ, HRD ਮਿਨਿਸਟਰੀ ਨੂੰ ਇਹਨਾਂ ਨੇ ਸਿੱਖਿਆ ਮੰਤਰਾਲਿਆ ਬਣਾਤਾ। ਇਹ ਕਰਦੇ ਹੀ ਰਹਿੰਦੇ ਆ, ਕਦੇ ਸ਼ਹਿਰਾਂ ਦਾ ਨਾਮ ਬਦਲ ਦਿੱਤਾ, ਕਦੇ ਕੁਝ ਹੋਰ ਕਰ ਦਿੱਤਾ ਤੇ ਹੁਣ ਇਹਨਾਂ ਨੇ ਇੱਕ ਮਿਨਿਸਟਰੀ ਨਵੀਂ ਸਾਜੀ ਆ। ਹਾਲਾਂਕਿ ਜੇ ਇਹਨਾਂ ਦੀ ਜਿਹੜੀ ਨੀਤ ਤੇ ਨੀਤੀ ਵਧੀਆ ਹੋਵੇ ਤੇ ਇਹ ਮਿਨਿਸਟਰੀ ਜਿਹੜੀ ਆ ਉਹ ਬਹੁਤ ਹੀ ਚੰਗੀ ਆ। ਜੇ ਅਸੀਂ ਭਾਰਤ ਦੇ ਢਾਂਚੇ ਨੂੰ, ਖੇਤੀ ਦੇ ਢਾਂਚੇ ਨੂੰ ਸਮਝੀਏ ਜਾਂ ਭਾਰਤ ਦੇ ਸਾਰੀਆਂ ਚੀਜ਼ਾਂ ਨੂੰ ਅਸੀਂ ਦੇਖੀਏ, ਜਿੱਦਾਂ ਦਾ ਭਾਰਤ ਦਾ ਮੂਲਭੂਤ ਸਟਰਕਚਰ ਆ, ਉਹਦੇ ਵਿੱਚ ਕੋਆਪਰੇਸ਼ਨ ਮੂਵਮੈਂਟ ਦੀ
ਬਹੁਤ ਚੰਗੀ ਜਿਹੜੀ ਆ ਲੋੜ ਆ। ਜੀ ਜਦੋਂ ਅਸੀਂ ਭਾਰਤੀ ਖੇਤੀ ਮਾਹਰਾਂ ਦੀ ਗੱਲ ਕਰਦੇ ਹਾਂ ਤੇ ਉਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਔਜ਼ਾਰ ਜਿਹੜੇ ਖੇਤੀ ਦੇ ਆ ਉਹ ਸਾਡੇ ਕੋਲ ਵਾਧੂ ਨੇ। ਟਰੈਕਟਰ ਹੋਣ, ਚਾਹੇ ਉਹ ਖੇਤੀ ਕਰਨ ਵਾਲੇ ਹੋਰ ਇੰਪਲੀਮੈਂਟਸ ਹੋਣ, ਉਹਨਾਂ ਦੀ ਜਿਹੜੀ ਜੇ ਅਸੀਂ ਉਹਨਾਂ ਦੀ ਮਿਲ ਕੇ ਵਰਤੋਂ ਕਰ ਲਈਏ ਤੇ ਉਹ ਬਹੁਤ ਘੱਟ ਰਿਸੋਰਸਸ ਦੇ ਨਾਲ ਸਾਡਾ ਜਿਹੜਾ ਕੰਮ ਚੱਲ ਸਕਦਾ। ਮੈਂ ਉਹ ਗੱਲ ਪੰਜਾਬ ਵਾਲੇ ਪਾਸੇ ਨੂੰ ਲੈ ਗਿਆ। ਜਿਹੜੀ ਇਹ ਸਹਿਕਾਰਤਾ ਮਿਨਿਸਟਰੀ ਬਣਾਈ ਆ ਉਹਦੇ ਲਈ ਇਹਨਾਂ ਨੇ ਬਣਾ ਦਿੱਤੇ ਨੇ ਮਿਨਿਸਟਰ ਅਮਿਤ ਸ਼ਾਹ ਜੀ ਨੂੰ। ਇਹਨਾਂ ਦਾ ਧਿਆਨ ਹੈਗਾ ਜੀ ਪੂਰੇ ਭਾਰਤ ਦੀਆਂ ਜਿਹੜੀਆਂ ਕੋਆਪਰੇਸ਼ਨ ਅਦਾਰੇ ਨੇ, 24 ਤੋਂ ਜ਼ਿਆਦਾ ਉਹ ਅਦਾਰੇ ਨੇ ਜਿਨ੍ਹਾਂ ਦੇ ਨਾਮ ਅਸੀਂ ਲਈਏ ਤੇ ਉਹ ਡੇਅਰੀ ਡਿਵੈਲਪਮੈਂਟ ਬੋਰਡ ਆ, ਇੰਡਸਟਰੀਅਲ ਨੇ, ਫਿਸ਼ਰੀ ਦਾ ਬੋਰਡ ਹੈਗਾ ਆ, ਉਹ ਤੋਂ ਬਾਅਦ ਖੇਤੀ ਦੀਆਂ ਹੈਗੀਆਂ ਲੈਂਡ ਡਿਵੈਲਪਮੈਂਟ ਬੈਂਕ ਆ, ਹਾਊਸਿੰਗ ਡਿਵੈਲਪਮੈਂਟ ਆ, ਲੇਬਰ ਡਿਵੈਲਪਮੈਂਟ ਆ, ਟੋਬੈਕੋ ਡਿਵੈਲਪਮੈਂਟ ਦਾ ਆ, ਸ਼ੂਗਰ ਮਿਲਸ ਦਾ ਡਿਵੈਲਪਮੈਂਟ ਦਾ ਆ। ਬਹੁਤ ਸਾਰੇ ਜਿਹੜੀਆਂ ਫੈਡਰੇਸ਼ਨਸ ਹੈਗੀਆਂ ਆ ਉਹ ਕੋਆਪਰੇਸ਼ਨ ਮੂਵਮੈਂਟ ਦੇ ਨਾਲ ਜੁੜੀਆਂ ਹੋਈਆਂ ਨੇ ਨੈਸ਼ਨਲ ਲੈਵਲ ਤੇ। ਇਸ ਤੋਂ ਵੀ ਅੱਗੇ ਜਾ ਕੇ ਇਹਨਾਂ ਦਾ ਧਿਆਨ ਜਿਹੜਾ ਹੈਗਾ ਆ 1450 ਜਾਂ 1500 ਦੇ ਕਰੀਬ ਅਰਬਨ ਕੋਆਪਰੇਟਿਵ ਬੈਂਕਸ ਦਾ ਉੱਤੇ ਇਹਨਾਂ ਦਾ ਧਿਆਨ ਆ। ਤੁਸੀਂ ਬਹੁਤ ਲੰਬਾ ਟਾਈਮ ਨਹੀਂ ਹੋਇਆ, ਥੋੜੀ ਕੁ ਦੇਰ ਹੀ ਹੋਈ ਆ, ਤੁਸੀਂ ਪੰਜਾਬ ਮਹਾਰਾਸ਼ਟਰ ਕੋਆਪਰੇਸ਼ਨ ਬੈਂਕ ਦਾ ਘੁਟਾਲਾ ਸੁਣਿਆ ਸੀ, ਇੱਕ 4300 ਕਰੋੜ ਰੁਪਏ ਦਾ ਘਪਲਾ ਹੋਇਆ ਸੀ। ਤੇ ਜਦੋਂ ਅਸੀਂ ਥੋੜਾ ਜਿਹਾ ਹੋਰ ਪਿੱਛੇ ਜਾਈਏ, ਜਦੋਂ ਨੋਟਬੰਦੀ ਕੀਤੀ ਸੀ ਤੇ ਬਹੁਤ ਰੌਲਾ ਪਿਆ ਸੀਗਾ ਕਿ ਜਿਹੜੀਆਂ ਕੋਆਪਰੇਟਿਵ ਬੈਂਕਾਂ ਆ ਉੱਥੇ ਬਹੁਤ ਘਪਲੇ ਹੋਏ। ਜਦੋਂ ਫਿਰ ਸਰਕਾਰ ਨਵੀਂ ਬਣਦੀ ਆ, ਇਹਨਾਂ ਸਾਰੀਆਂ ਚੀਜ਼ਾਂ ਦੇ ਜਦੋਂ ਘੋਖ ਪੜਤਾਲ ਕੀਤੀ ਤੇ ਉਹਨਾਂ ਨੂੰ ਲੱਗਿਆ ਕਿ 58 ਕੋਆਪਰੇਸ਼ਨ ਇਹੋ ਜਿਹੀਆਂ ਬੈਂਕਾਂ ਨੇ ਜਿਹੜੀਆਂ ਬਹੁਤ ਰਾਜੀ ਨੇ, ਜਿੱਦਾਂ ਪੰਜਾਬ ਤੇ ਮਹਾਰਾਸ਼ਟਰ ਦੀ ਸਾਂਝੀ ਸੀ, ਇੱਦਾਂ 58 ਬੈਂਕਾਂ ਨੇ ਭਾਰਤ ਵਿੱਚ ਛੋਟੀਆਂ ਜਿਹੜੀਆਂ ਕੋਆਪਰੇਸ਼ਨ ਮੂਵਮੈਂਟ ਨਾਲ ਜੁੜੀਆਂ ਹੋਈਆਂ ਨੇ, ਕੋਆਪਰੇਟਿਵ ਤਰੀਕੇ ਨਾਲ ਚੱਲਦੀਆਂ ਨੇ, ਸਹਿਕਾਰੀ ਬੈਂਕਾਂ ਨੇ। ਤੇ ਇਹ ਜਿਹੜੀਆਂ ਸਹਿਕਾਰੀ ਬੈਂਕਾਂ ਨੇ ਇਹ ਛੋਟੇ ਅਦਾਰੇ ਨੇ ਦੇਖਣ ਨੂੰ, ਪਰ ਇੱਥੇ ਇਹਨਾਂ ਦਾ ਜਿਹੜਾ ਕੰਜ਼ਿਊਮਰ ਬੇਸਡ ਆ, ਇੱਥੇ ਜਿਹੜੇ ਲੋਕ ਆਪਣੇ ਪੈਸੇ ਜਮ੍ਹਾਂ ਕਰਾਉਂਦੇ ਇਹਨਾਂ 1485 ਇੱਕ ਬੈਂਕਾਂ ਨੇ ਤੇ 58 ਕੋਆਪਰੇਟਿਵ ਨੇ ਤੇ ਕੁਝ ਹੋਰ ਵੀ ਨੇ ਇਸ ਤੋਂ ਇਲਾਵਾ। ਉਹਨਾਂ ਦਾ ਜਿਹੜਾ ਕਸਟਮਰ ਬੇਸ ਆ ਉਹ 9 ਕਰੋੜ ਦੇ ਨੇੜੇ ਤੇੜੇ ਆ। ਤੇ ਇਸ 9 ਕਰੋੜ ਲੋਕਾਂ ਨੇ ਰੁਪਈਏ ਕਿੰਨੇ ਕੁ ਜਮ੍ਹਾਂ ਕਰਾਏ ਆ, ਇਹ ਬਹੁਤ ਸਟੀਕ ਗਿਣਤੀ ਨਹੀਂ ਹੈਗੀ। ਇੱਕ ਮੋਟਾ ਅੰਦਾਜ਼ਾ ਆ ਕਿ 6 ਲੱਖ ਕਰੋੜ ਦਾ ਇਹ 5 ਤੋਂ 6 ਲੱਖ ਕਰੋੜ ਰੁਪਈਏ ਦਾ ਇਹ ਜਿਹੜਾ ਬਿਜ਼ਨਸ ਆ ਇਹ ਕੋਆਪਰੇਟਿਵ ਬੈਂਕਾਂ ਦੇ ਕੋਲ ਪਿਆ। ਇਹਨਾਂ ਦਾ ਇਸ ਅਦਾਰੇ ਨੂੰ ਬਣਾਉਣ ਦਾ ਜਿਹੜਾ ਵੱਡਾ ਮੋਟਾ ਅੰਦਾਜ਼ਾ ਉਹ ਇਹੀ ਆ ਕਿ ਇਹਨਾਂ ਬੈਂਕਾਂ ਨੂੰ RBI ਦੇ ਨਾਲ ਜੋੜਿਆ ਜਾਵੇ ਤੇ ਮੁੜ ਕੇ ਇਹਨਾਂ ਦਾ ਵੀ ਜਿਹੜਾ ਆ ਉਹ ਕੰਮ ਜਿਹੜਾ ਆ ਸਾਰਾ ਇਹਨਾਂ ਦਾ ਜਿਹੜਾ ਧਿਆਨ ਆ ਜਾਂ ਇਹਨਾਂ ਦਾ ਜਿਹੜਾ ਸਟਰਕਚਰ ਆ, ਇਹਨਾਂ ਦੇ ਕਾਨੂੰਨ ਬਣਾਉਣੇ, ਇਹਨਾਂ ਦੀ ਮੈਨੇਜਮੈਂਟ ਦੇਖਣੀ, ਉਹ ਵੀ ਨੈਸ਼ਨਲਾਈਜ਼ ਬੈਂਕਾਂ ਵਾਂਗ ਸੈਂਟਰ ਸਰਕਾਰ ਕੋਲ ਆਵੇ। ਜਿਹੜੀਆਂ ਛੋਟੀਆਂ ਰਾਜਾਂ ਦੀਆਂ ਜਿਹੜੀਆਂ ਸਰਕਾਰਾਂ ਆ ਜਾਂ ਰਾਜ ਲੈਵਲ ਤੇ ਸਟੇਟ ਲੈਵਲ ਤੇ ਜਿਹੜੇ ਕੁਝ ਇਹੋ ਜਿਹੇ ਫਾਈਨੈਂਸ਼ੀਅਲ ਅਦਾਰੇ ਚੱਲਦੇ ਆ ਉਹਨਾਂ ਤੋਂ ਇਹ ਕੰਟਰੋਲ ਲੈ ਕੇ ਤੇ ਕੇਂਦਰ ਕੋਲ ਹੀ ਜਾਵੇ। ਅਸੀਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਇਸ ਸਰਕਾਰ ਨੇ RBI ਨੂੰ ਤੋਂ ਪਿਛਲੇ 6 ਸਾਲਾਂ 'ਚ 5.5 ਲੱਖ ਕਰੋੜ ਰੁਪਈਆ ਲੈ ਕੇ ਤੇ ਖਰਚ ਲਿਆ। ਫਾਈਨੈਂਸ਼ੀਅਲ ਟਰਮਸ ਦੇ ਉੱਤੇ ਇਹ ਸਰਕਾਰ ਦੇਸ਼ ਲਈ ਬਹੁਤ ਖਰਚੀਲੀ ਸਰਕਾਰ ਸਾਹਮਣੇ ਆਈ ਹੈ। ਗੁੱਡ ਗਵਰਨੈਂਸ ਤੇ ਗੁੱਡ ਗਵਰਨਮੈਂਟ ਦੇ ਨਾਂ ਤੇ ਇਹਨਾਂ ਨੇ ਬਹੁਤ ਸਾਰੇ ਰੁਪਈਏ ਜਿਹੜੇ ਆ ਉਹ ਇੱਧਰ ਉੱਧਰ ਕੀਤੇ ਨੇ। ਪਤਾ ਨਹੀਂ ਇਹਨਾਂ ਦੇ ਖਰਚਿਆਂ 'ਚ ਕੀ ਰੋਲ ਘਚੋਲਾ ਆ, ਸਾਨੂੰ ਨਹੀਂ ਪਤਾ, ਉਹ ਇਹ ਜਾਣਦੇ ਹੋਣਗੇ। ਪਰ ਜਿਹੜੀ ਹੁਣ ਸਹਿਕਾਰਤਾ ਮਿਨਿਸਟਰੀ ਬਣਾਈ ਆ ਉੱਥੇ ਇਹਨਾਂ ਦਾ ਵੱਡਾ ਧਿਆਨ ਇਸੇ ਚੱਕਰ 'ਚ। ਉਹਦੇ ਲਈ ਇਹਨਾਂ ਨੇ ਇਸ ਚੀਜ਼ ਨੂੰ ਵੀ ਆਧਾਰ ਬਣਾਇਆ ਕਿ ਜਿਹੜੀ ਉਹ ਪੰਜਾਬ ਮਹਾਰਾਸ਼ਟਰ ਬੈਂਕ ਦੇ ਵਿੱਚ ਘਪਲਾ ਹੋਇਆ ਸੀ, ਇਸ ਤੋਂ ਬਾਅਦ ਪਹਿਲਾਂ 17 ਮਹਾਰਾਸ਼ਟਰ ਦੇ ਵਿੱਚ ਇੱਕ ਚੀਨੀ ਮਿੱਲ ਦੇ ਵਿੱਚ 25,000 ਕਰੋੜ ਦੇ ਘਪਲੇ ਦੀ ਗੱਲ ਸੀ। ਉੱਥੇ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਦਾ ਨਾਮ ਸੀ। ਸੋ ਉਹ ਸ਼ੂਗਰ ਕਨਫੈਡਰੇਸ਼ਨ ਦੇ ਅਧੀਨ ਸਾਰੀਆਂ ਚੀਜ਼ਾਂ ਆਉਂਦੀਆਂ ਨੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਕੇ ਇਹ ਜਿਹੜੇ ਕੰਮ ਆ ਉਹ ਕਰਨੇ ਚਾਹੁੰਦੇ ਆ। ਇਹਦੇ ਨਾਲ ਦੀ ਨਾਲ ਜੇ ਅਸੀਂ ਕੋਆਪਰੇਸ਼ਨ ਦੀ ਗੱਲ ਕਰੀਏ ਤੇ ਇਹ ਮੂਵਮੈਂਟ ਜਿਹੜੀ ਆ 1860 ਦੇ ਵਿੱਚ ਅੰਗਰੇਜ਼ ਰਾਜ ਦੇ ਅਧੀਨ ਜਿਹੜੀ ਆ ਉਹ ਸ਼ੁਰੂ ਹੋਈ ਸੀ ਭਾਰਤ ਦੇ ਵਿੱਚ। ਹੈਦਰਾਬਾਦ ਦੇ ਵਿੱਚ ਜਿਹੜੇ ਕਾਟਨ ਪ੍ਰੋਡਿਊਸਰਸ ਹੁੰਦੇ ਸੀ ਭਾਰਤ ਦੇ, ਉਹ ਉੱਥੇ ਰੂੰ ਭੇਜਦੇ ਸੀ ਇਕੱਠਾ ਕਰਕੇ ਤੇ ਉਹ ਰੂੰ ਫਿਰ ਮਾਨਚੈਸਟਰ ਨੂੰ ਜਾਂਦਾ ਸੀ ਤੇ ਉੱਥੋਂ ਕੱਪੜਾ ਬਣ ਕੇ ਆਉਂਦਾ ਸੀ। ਤੇ ਇਦਾਂ ਇਹ ਜਿਹੜੀ ਕੋਆਪਰੇਸ਼ਨ ਮੂਵਮੈਂਟ ਸੀ ਹੋਈ। ਤੇ ਜਿਹੜਾ ਹੁਣ ਸਹਿਕਾਰਤਾ ਮੰਤਰਾਲਿਆ ਬਣਾਇਆ ਆ, ਇਹ ਵੱਡੀ ਜਿਹੜੀ ਗੱਲਬਾਤ ਆ ਉਹ ਇਹ ਆ ਕਿ ਇਹਨਾਂ ਬੈਂਕਾਂ ਦੇ ਉੱਤੇ ਵੀ ਰਾਜ ਕਰਨਗੇ। ਇਹ ਜਿਹੜੀਆਂ ਸਾਰੀਆਂ ਕੋਆਪਰੇਸ਼ਨ ਮੂਵਮੈਂਟਸ ਨਾਲ ਚੱਲਣ ਵਾਲੀਆਂ ਬਾਕੀ 24-25 ਅਦਾਰੇ ਆ ਉਹਨਾਂ 'ਤੇ ਵੀ ਕੰਟਰੋਲ ਕਰਨਗੇ। ਤੇ ਆਉਣ ਵਾਲੇ ਦਿਨਾਂ 'ਚ ਦੇਖੋ ਕਿ ਇਹ ਕੋਆਪਰੇਸ਼ਨ ਮੂਵਮੈਂਟ ਨੂੰ ਕੋਆਪਰੇਸ਼ਨ ਦੇ ਨਾਲ ਚਲਾਉਣਾ ਚਾਹੁੰਦੇ ਆ ਜਾਂ ਸਿਰਫ ਨਾਮ ਦੀ ਕੋਆਪਰੇਸ਼ਨ ਆ ਤੇ ਕਰਨ ਲਈ ਇਹ ਸਾਰਾ ਕੁਝ ਜਿਹੜਾ ਇਹ ਸਾਰੇ ਕੁਝ ਨੂੰ ਸੈਂਟਰਲਾਈਜ਼ਡ ਕਰ ਰਹੇ। ਜੇ ਕੋਆਪਰੇਸ਼ਨ ਦੀ ਗੱਲ ਕਰੀਏ ਤੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਮਿਲਕਫੈਡ, ਵੇਰਕਾ ਤੇ ਗੁਜਰਾਤ ਦੇ ਵਿੱਚ ਅਮੂਲ, ਇਹ ਕੁਝ ਇਹੋ ਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਨੇ ਬਹੁਤ ਵੱਡਾ ਨਾਮਣਾ ਖੱਟਿਆ ਆ ਦੁਨੀਆ ਪੱਧਰ ਤੇ। ਅਮੂਲ ਉੱਥੇ ਦੀ ਇੱਕ ਦੁੱਧ ਦੀ ਸਹਿਕਾਰੀ ਸਭਾ ਆ ਜਿਹਦਾ ਕੋਈ ਮਾਲਕ ਨਹੀਂ ਆ, ਸਾਰੇ ਸ਼ੇਅਰ ਹੋਲਡਰ ਨੇ।
ਜਿਹੜੇ ਜਿਹੜੇ ਵੀ ਉੱਥੇ ਦੁੱਧ ਪ੍ਰੋਡਿਊਸ ਕਰਦੇ ਨੇ ਉਹਨਾਂ ਦਾ ਦੁੱਧ ਉੱਥੇ ਖਰੀਦਿਆ ਜਾਂਦਾ ਤੇ ਉਤੋਂ ਬਹੁਤ ਸਾਰੀਆਂ ਫੈਕਟਰੀਆਂ ਨੇ ਤੇ ਦੁੱਧ ਨਾਲ ਬਣੇ ਹੋਏ ਸਾਰੇ ਹੀ ਪ੍ਰੋਡਕਟ ਜਿਹੜੇ ਅਮੂਲ ਬਣਾਉਂਦਾ ਤੇ ਵੇਚਦਾ ਹੈ ਜੀ। ਜੇ ਕੋਆਪਰੇਸ਼ਨ ਮੂਵਮੈਂਟ ਨੂੰ ਸਹੀ ਤਰੀਕੇ ਨਾਲ ਚਲਾਇਆ ਜਾਵੇ ਤਾਂ ਇਦਾਂ ਹੋਵੇਗਾ ਤੇ ਜੇਕਰ ਸਿਰਫ ਇਹਨੂੰ ਸਾਰੀ ਮੂਵਮੈਂਟਸ ਨੂੰ ਫਿਰ ਨੈਸ਼ਨਲਾਈਜ਼ ਕਰਕੇ ਸੈਂਟਰਲਾਈਜ਼ ਕਰਕੇ ਇਹਦੇ ਤੇ ਗਲਬਾ ਮਾਰਨ ਦੀ ਗੱਲ ਆ ਫਿਰ ਉਹਦੇ ਸਿੱਟੇ ਦੂਸਰੇ ਤਰੀਕੇ ਦੇ ਸਾਹਮਣੇ ਆਉਣਗੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਅਗਲੇ ਮੁੱਦੇ ਵੱਲ ਰੁਖ ਕਰਦੇ ਹਾਂ ਸ਼ਰਮਾ ਜੀ। ਵਿਦੇਸ਼ ਦੀ ਇੱਕ ਕੰਪਨੀ ਹੈ ਤੇ ਉਹਨੇ ਭਾਰਤ ਦੀਆਂ ਜਾਇਦਾਦਾਂ ਜ਼ਬਤ ਕਰਨ ਦਾ ਕੇਸ ਜਿੱਤ ਲਿਆ, ਕੀ ਆ ਪੂਰਾ ਮਾਮਲਾ? ਕੇਰਨ ਕਰਕੇ ਇੱਕ ਕੰਪਨੀ ਆ ਜਿਹੜੀ ਆਇਲ ਦੇ ਵਿੱਚ ਕੰਮ ਕਰਦੀ ਆ, ਇੰਗਲੈਂਡ ਦੀ ਉਹ ਕੰਪਨੀ ਸੀ। 2006 ਦੇ ਵਿੱਚ ਉਹਨਾਂ ਦਾ ਇੱਥੇ ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਸੀ। ਉਹਨਾਂ ਨੂੰ 2014 ਦੇ ਵਿੱਚ ਭਾਰਤ ਸਰਕਾਰ ਨੇ ਇੱਕ ਨੋਟਿਸ ਦਿੱਤਾ ਕਿ ਤੁਹਾਡਾ ਇੰਨਾ ਟੈਕਸ ਬਕਾਇਆ ਆ ਜੀ। ਉਹਨਾਂ ਨੇ ਉਹ ਦੇਣ ਤੋਂ ਇਨਕਾਰ ਕੀਤਾ। ਬੜਾ ਲੰਬਾ ਚੌੜਾ ਕੇਸ ਆ ਇਹ, ਕਾਫੀ ਦੇਰ ਤੋਂ ਅਦਾਲਤਾਂ 'ਚ ਚੱਲਦਾ ਪਿਆ। ਬਾਅਦ ਵਿੱਚ ਉਹ ਇਹਨੂੰ ਅੰਤਰਰਾਸ਼ਟਰੀ ਟ੍ਰਿਬਿਊਨਲ 'ਚ ਲੈ ਗਏ ਤੇ ਉੱਥੋਂ ਹੁਣ ਉਹ ਕੇਸ ਜਿੱਤ ਗਏ ਆ ਤੇ ਉਹਨਾਂ ਨੂੰ ਫਰਾਂਸ ਦੇ ਵਿੱਚ 20 ਤੋਂ ਜ਼ਿਆਦਾ ਜਿਹੜੀਆਂ ਭਾਰਤ ਸਰਕਾਰ ਦੀਆਂ ਜਾਇਦਾਦਾਂ ਨੇ, ਜ਼ਿਆਦਾਤਰ ਉੱਥੇ ਉਹ ਫਲੈਟ ਨੇ ਜਿਨ੍ਹਾਂ ਦੇ ਉੱਤੇ ਕਬਜ਼ਾ ਜਿਹੜਾ ਆ ਉਸ ਕੰਪਨੀ ਨੂੰ ਕਰਨ ਲਈ ਕਹਿ ਦਿੱਤਾ ਗਿਆ ਜੀ। ਤੇ ਭਾਰਤ ਸਰਕਾਰ ਨਾਲ ਜਦੋਂ ਗੱਲ ਹੋਈ ਆ ਤੇ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਉੱਥੋਂ ਦੀ ਅਦਾਲਤ ਨੇ ਹਾਲੇ ਇਹ ਜਿਹੜੀ ਚਿੱਠੀ ਆ ਨਹੀਂ ਦਿੱਤੀ, ਇਹੋ ਜਿਹੀ ਕੋਈ ਖਬਰ ਨਹੀਂ ਹੈਗੀ। ਪਰ ਲਗਭਗ ਸਾਰੀਆਂ ਹੀ ਅਖਬਾਰਾਂ ਨੇ ਇਹ ਖਬਰ ਦੇਤੀ ਆ ਕਿ ਕੇਰਨ ਨੂੰ ਜਿਹੜੀਆਂ ਉੱਥੇ ਦੀਆਂ 20 ਤੋਂ ਜ਼ਿਆਦਾ ਹੈਗੀਆਂ ਆ ਉਹਨਾਂ ਦੀ ਜਿਹੜੀ ਆ ਮਾਲਕੀ ਜਿਹੜੀ ਆ ਮਿਲ ਗਈ ਆ ਤੇ ਉਹ ਇਹਨਾਂ ਨੂੰ ਵੇਚ ਕੇ ਆਪਣੇ ਜਿਹੜੇ ਰੁਪਈਏ ਆ ਉਹ ਪੂਰੇ ਕਰ ਲੈਣਗੇ। 1.7 ਬਿਲੀਅਨ ਡਾਲਰ ਦੀ ਗੱਲ ਆ, ਕੁਝ ਕਾਫੀ ਹਜ਼ਾਰਾਂ ਕਰੋੜਾਂ ਦੇ ਵਿੱਚ ਉਹਦੀ ਜਿਹੜੀ ਅਮਾਊਂਟ ਆ ਜਿਹੜੀ ਕੇਰਨ ਨੂੰ ਭਾਰਤ ਸਰਕਾਰ ਨੇ ਅਦਾ ਕਰਨੀ ਸੀ ਜੀ। ਤੇ ਇਹ ਇੱਕ ਬੜੀ ਗਲਤ ਜਿਹੀ ਧਾਰਨਾ ਫਿਰ ਪੈਦਾ ਹੁੰਦੀ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਕਿ ਸਰਕਾਰ ਨੇ ਇਸ ਕੇਸ ਨੂੰ ਸਹੀ ਟਾਈਮ ਨਾਲ ਕਿਉਂ ਨਹੀਂ ਮੁਕਾਇਆ। ਜੇ ਲੱਗਦਾ ਸੀਗਾ ਕਿ ਸਾਡੇ ਤੋਂ ਕੋਈ ਗਲਤੀ ਹੋਈ ਆ ਤਾਂ ਉਹਨੂੰ ਪਹਿਲਾਂ ਸੈਟਲ ਕਰ ਲੈਣਾ ਚਾਹੀਦਾ ਸੀਗਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ। ਉਹਦੇ ਨਾਲ ਫਿਰ ਜਿਹੜੇ ਤੁਹਾਡੇ ਛਵੀ ਆ ਉਹ ਬਹੁਤ ਚੰਗੀ ਜਿਹੜੀ ਆ ਉਹ ਨਹੀਂ ਬਣਦੀ ਜੀ। ਜੀ ਕਿਸਾਨ ਅੰਦੋਲਨ ਦੀ ਗੱਲ ਵੀ ਕਰਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਪ੍ਰੈਸ ਦੀ ਆਜ਼ਾਦੀ ਖੋਣ ਵਾਲੀ ਇੱਕ ਰਿਪੋਰਟ ਸਾਹਮਣੇ ਆਈ ਹੈ, ਉਹ ਕੀ ਹੈ? ਪ੍ਰੈਸ ਤੱਤੀ ਬਹੁਤ ਹੁੰਦੀ ਹੈ, ਉਹਦਾ ਯਾਦ ਹੀ ਰਹਿੰਦੀ, ਉਹਨੂੰ ਹੱਥ ਲਾ ਨਹੀਂ ਸਕਦਾ ਕੋਈ। ਜਿਹੜੀ ਤੁਸੀਂ ਪ੍ਰੈਸ ਦੀ ਆਜ਼ਾਦੀ ਦੀ ਗੱਲ ਕਰਦੇ ਆ ਉਹ ਇੱਕ ਰਿਪੋਰਟਰਸ ਵਿਦਆਊਟ ਬਾਰਡਰਸ ਕਿ ਰੁਕਾਵਟਾਂ ਤੋਂ ਬਿਨਾਂ ਰਿਪੋਰਟਿੰਗ ਜਿਹੜੇ ਆ ਰਿਪੋਰਟਰਸ ਕਿੱਦਾਂ ਕਰਦੇ, ਇਸ ਨਾਮ ਦੀ ਇੱਕ ਸੰਸਥਾ ਆ ਰਿਪੋਰਟਰਸ ਵਿਦਆਊਟ ਬਾਰਡਰਸ ਜੀ। ਉਹ ਹਰ ਸਾਲ ਆਪਣੀ ਇੱਕ ਸੂਚੀ ਜਾਰੀ ਕਰਦੇ ਆ ਕਿ ਪ੍ਰੈਸ ਦੀ ਆਜ਼ਾਦੀ ਨੂੰ ਲੈ ਕੇ ਮੁਲਕਾਂ ਦੇ ਇੰਡੈਕਸ ਕਿਹੋ ਜਿਹੇ ਨੇ। 180 ਦੇਸ਼ਾਂ ਦੀ ਸੂਚੀ 'ਚ ਭਾਰਤ ਨੂੰ 142ਵਾਂ ਸਥਾਨ ਮਿਲਿਆ ਜੀ। ਤੇ ਜੇ ਕਿਤੇ ਉਹ ਮੋਦੀ ਭਗਤਾਂ ਵਾਲੀ ਪ੍ਰੈਸ ਨੂੰ ਸਹੀ ਉਹਨਾਂ ਦੇ ਮਾਪਦੰਡਾਂ ਨੂੰ ਮੰਨ ਲੈਣ ਤਾਂ ਭਾਰਤ ਪਹਿਲੇ ਨੰਬਰ ਤੇ ਆ ਕਿ ਪ੍ਰੈਸ ਇੱਥੇ ਬਿਲਕੁਲ ਆਜ਼ਾਦ ਆ, ਜੇ ਉਹ ਮੋਦੀ ਭਗਤਾਂ ਵਾਲੇ ਮਾਪਦੰਡਾਂ ਨੂੰ ਅਪਣਾਉਣ ਤਾਂ। ਪਰ ਫਿਰ ਉੱਦਾਂ ਕਹਿੰਦੇ ਆ ਕਿ ਵਿਸ਼ਵ ਗੁਰੂ ਜਦੋਂ ਵਿਸ਼ਵ ਗੁਰੂ ਬਣਨ ਜਾ ਰਿਹਾ ਤੇ ਜਿਹੜੀ ਦੁਨੀਆ ਦੇ ਦੂਜੇ ਦੇਸ਼ ਆ ਉਹ ਤੋਂ ਜੈਲਸੀ ਕਰਦੇ ਤੇ ਇਹਨਾਂ ਦੇ ਮਾਪਦੰਡਾਂ ਨੂੰ ਉਹ ਸਹੀ ਨਹੀਂ ਠਹਿਰਾਉਂਦੇ ਤੇ ਉਹਨਾਂ ਦੇ ਆਪਣੇ ਮਾਪਦੰਡ ਨੇ ਜੀ। ਤੇ ਉਹਦੇ ਵਿੱਚ ਇਹਨਾਂ ਨੇ ਇੱਕ ਨਵੀਂ ਸੂਚੀ ਜਾਰੀ ਕੀਤੀ ਆ ਸਵਲੀਨ ਜੀ। ਉਹਦੇ ਵਿੱਚ 37 ਰਾਸ਼ਟਰਮੁਖੀਆਂ ਦੇ ਨਾਮ ਲਏ ਆ ਉਹਨਾਂ ਨੇ। ਹਰ ਰਾਸ਼ਟਰਮੁਖੀ ਦੀ ਵੱਖਰੀ ਫਾਈਲ ਬਣਾ ਕੇ ਦੱਸਿਆ ਕਿ ਕਿਹੜਾ ਕਿਹੜਾ ਰਾਸ਼ਟਰਮੁਖੀ ਕਿਹੜਾ ਦੇਸ਼ ਦਾ ਮੁਖੀ, ਚਾਹੇ ਉਹ ਰਾਸ਼ਟਰਪਤੀ ਆ ਚਾਹੇ ਉੱਥੇ ਦਾ ਪ੍ਰਧਾਨ ਮੰਤਰੀ ਆ, ਉਹ ਆਪਣੇ ਦੇਸ਼ ਦੇ ਵਿੱਚ ਪ੍ਰੈਸ ਦੀ ਆਵਾਜ਼ ਨੂੰ ਦੱਬਣ ਲਈ, ਕੁਚਲਣ ਲਈ ਜਾਂ ਆਪਣੇ ਤਰੀਕੇ ਨਾਲ ਬੁਲਵਾਉਣ ਲਈ ਕੀ ਕਰਦਾ ਜੀ। ਇਹਨਾਂ 37 ਦੇ ਵਿੱਚੋਂ 13 ਨਾਂ ਜਿਹੜੇ ਆ ਉਹ ਏਸ਼ੀਆ 'ਚੋਂ ਨੇ। ਤੇ ਤੁਹਾਨੂੰ ਮਾਣ ਹੋਣਾ ਚਾਹੀਦਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਨਾਮ ਵੀ ਉਸ ਲਿਸਟ 'ਚ ਸ਼ਾਮਲ ਆ ਜਿਹੜੇ ਪ੍ਰੈਸ ਦੀ ਆਵਾਜ਼ ਨੂੰ ਦਬਾਉਂਦੇ ਆ ਤੇ ਜਾਂ ਫਿਰ ਵੱਡੇ ਮੀਡੀਆ ਹਾਊਸ ਨੂੰ ਆਪਣੇ ਤਰੀਕੇ ਦੇ ਨਾਲ ਬੋਲਣ ਲਈ ਮਨਾਉਂਦੇ ਆ ਜਾਂ ਧਮਕਾਉਂਦੇ ਆ ਜਾਂ ਮਜਬੂਰ ਕਰਦੇ ਆ। ਉਹਨਾਂ ਨੇ ਬੜੇ ਵਿਸਥਾਰ ਦੇ ਵਿੱਚ ਇਹਨਾਂ ਦੀ ਫਾਈਲ ਬਣਾ ਕੇ ਦੱਸੀ ਆ। ਇਸ ਤੋਂ ਇਲਾਵਾ ਕੋਰੀਆ ਦੇ ਜਿਹੜੇ ਜ਼ਿੰਗ ਜ਼ੋਂਗ ਨੇ ਉਹਨਾਂ ਦਾ ਨਾਮ ਵੀ ਉਹਦੇ 'ਚ ਸ਼ਾਮਲ ਆ। ਸਿੰਗਾਪੁਰ ਤੋਂ ਜਿਹੜੀ ਲੇਡੀ ਨੇ ਰਾਸ਼ਟਰਪਤੀ ਉਹਨਾਂ ਦਾ ਵੀ ਨਾਮ ਆ। ਬੰਗਲਾਦੇਸ਼ ਤੋਂ ਵੀ ਜਿਹੜੀ ਬੀਬੀ ਆ ਉਹਦਾ ਨਾਮ ਵੀ ਉਸ ਲਿਸਟ 'ਚ ਸ਼ਾਮਲ ਆ। ਹੋਰ ਬਹੁਤ ਸਾਰੇ ਲੋਕ ਨੇ, 37 ਨਾਮ ਉਹਨਾਂ ਨੇ ਦਿੱਤੇ ਨੇ। ਤੇ ਮੋਦੀ ਸਾਹਿਬ ਦੀ ਜਦੋਂ ਗੱਲ ਕਰਦੇ ਨੇ ਤੇ ਉਸ ਰਿਪੋਰਟ 'ਚ ਲਿਖਿਆ ਗਿਆ ਕਿ 2001 'ਚ ਜਦੋਂ ਇਹ ਮੁੱਖ ਮੰਤਰੀ ਬਣੇ ਤਾਂ ਇਹਨਾਂ ਨੇ ਮੀਡੀਆ ਤੇ ਨਕੇਲ ਕੱਸਣ ਲਈ ਰਾਜ ਨੂੰ ਇੱਕ ਪ੍ਰਯੋਗਸ਼ਾਲਾ ਦੇ ਤੌਰ ਤੇ ਵਰਤਿਆ ਕਿ ਇਹਨਾਂ ਦੇ ਮਨ 'ਚ ਇਹ ਬਿਲਕੁਲ ਕਲੀਅਰ ਏਜੰਡਾ ਸੀਗਾ ਕਿ ਪ੍ਰੈਸ ਜਿਹੜੀ ਆ ਉਹ ਤੁਹਾਡੇ ਹੱਕ 'ਚ ਬੋਲਣੀ ਚਾਹੀਦੀ ਆ, ਜਿੱਦਾਂ ਤੁਸੀਂ ਕਹੋ ਉੱਦਾਂ ਬੋਲਣੀ ਚਾਹੀਦੀ ਆ। ਫਿਰ ਤੁਹਾਡਾ ਜਿਹੜਾ ਪ੍ਰਚਾਰ ਪ੍ਰਸਾਰ ਆ, ਤੁਹਾਡੇ ਆਈਡੀਏ ਜਿਹੜੇ ਆ, ਤੁਹਾਡੇ ਜਿਹੜੇ ਭਾਸ਼ਣ ਆ ਉਹ ਸਭ ਲੋਕਾਂ ਤੱਕ
ਪਹੁੰਚਣਗੇ ਫੇਰ ਹੀ ਤੁਸੀਂ ਆਪਣੀ ਗੱਲ ਸਾਰਿਆਂ ਤੱਕ ਰੱਖ ਸਕੋਗੇ। ਤੇ ਜਦੋਂ ਤੁਸੀਂ ਬਹੁਤ ਵਾਰ ਆਪਣੀ ਇੱਕੋ ਹੀ ਗੱਲ ਦੁਬਾਰਾ ਰੱਖੀ ਜਾਓਗੇ ਤੇ ਫਿਰ ਤੁਹਾਡੀ ਜਿਹੜੀ ਗੱਲ ਆ ਉਹ ਠੀਕ ਲੱਗਣ ਲੱਗ ਜਾਊਗੀ। ਤੇ ਜਿਹੜੀ ਕੋਈ ਸੱਚੀ ਕਿਸੇ ਹੋਰ ਦੀ ਗੱਲ ਹੋਊਗੀ ਉਹ ਉਸ ਰੌਲੇ 'ਚ ਦੱਬ ਕੇ ਰਹਿ ਜਾਊਗੀ ਜੀ। ਇਸੇ ਗੱਲ ਨੂੰ ਫਿਰ ਉਸੇ ਰਿਪੋਰਟ 'ਚ ਲਿਖਿਆ ਗਿਆ ਕਿ 2014 'ਚ ਜਦੋਂ ਫਿਰ ਪ੍ਰਧਾਨ ਮੰਤਰੀ ਬਣਦੇ ਆ ਤੇ ਫਿਰ ਇਹਨਾਂ ਨੇ ਉਸੇ ਹੀ ਪ੍ਰਯੋਗ ਨੂੰ ਦੁਹਰਾਇਆ, ਕਿਉਂਕਿ ਪਹਿਲਾਂ ਇਹ ਕਰ ਚੁੱਕੇ ਸੀ ਸਾਰਾ ਕੁਝ ਉੱਥੇ। ਤੁਹਾਨੂੰ ਯਾਦ ਹੋਣਾ ਜਾਂ ਸਾਡੇ ਬਹੁਤ ਸਾਰੇ ਦਰਸ਼ਕਾਂ ਨੂੰ ਯਾਦ ਹੋਣਾ, ਜਦੋਂ ਮੋਦੀ ਸਾਹਿਬ ਮੁੱਖ ਮੰਤਰੀ ਸੀ ਗੁਜਰਾਤ ਦੇ ਤੇ ਸਾਰੇ ਦੇਸ਼ 'ਚ ਗੁਜਰਾਤ ਮਾਡਲ ਦੀ ਚਰਚਾ ਹੁੰਦੀ ਸੀ ਜੀ। ਤੇ ਅਸੀਂ ਵੀ ਸੋਚਦੇ ਸੀ ਪਤਾ ਨਹੀਂ ਕਿਹੜੀ ਸ਼ੈ ਆ ਇਹ ਗੁਜਰਾਤ ਮਾਡਲ। ਤੇ ਉਹ ਤਾਂ ਬਾਅਦ ਵਿੱਚ ਜਦੋਂ ਦੁਬਾਰਾ ਚੋਣਾਂ ਹੋਈਆਂ, ਮੋਦੀ ਸਾਹਿਬ PM ਬਣ ਗਿਆ, ਉੱਥੇ ਚੋਣਾਂ ਹੋਈਆਂ, ਉੱਥੇ ਜਾ ਕੇ ਪਤਾ ਲੱਗਿਆ ਕਿ ਗੁਜਰਾਤ ਦੇ ਹਾਲ ਵੀ ਸਾਡੇ ਲੋਕਾਂ ਵਾਲੇ ਨੇ। ਕੁਝ ਚੰਦ ਕੁ ਸ਼ਹਿਰਾਂ ਨੂੰ ਛੱਡ ਦਈਏ ਤੇ ਇਨਫਰਾਸਟ੍ਰਕਚਰ ਡਿਵੈਲਪਮੈਂਟ ਜਾਂ ਪਿੰਡਾਂ ਦੇ ਲੋਕਾਂ ਦਾ ਜਿਹੜਾ ਜੀਵਨ ਚਰਚਾ ਹੈਗਾ ਆ, ਜੀਵਨ ਸਹਿਣ ਆ, ਉਹ ਕੋਈ ਬਹੁਤਾ ਬਦਲਾਵ ਨਹੀਂ ਹੈਗਾ। ਸੋ ਉੱਥੇ ਤੋਂ ਸਮਝ ਆਉਂਦੀ ਸੀ ਕਿ ਇਹਨਾਂ ਨੇ ਜਿਹੜਾ ਮੀਡੀਆ ਆ ਉਹਨੂੰ ਆਪਣੇ ਤਰੀਕੇ ਦੇ ਨਾਲ ਚਲਾ ਲਿਆ ਸੀ ਜਾਂ ਕਹਿ ਲਓ ਬਦਲ ਲਿਆ ਸੀ। ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਦੱਸਿਆ ਕਿ ਇਹਨਾਂ ਨੇ ਇਸ ਸਭ ਨੂੰ ਕਰਨ ਲਈ ਹੋਰ ਵੀ ਬਹੁਤ ਸਾਰੇ ਤਰੀਕੇ ਅਪਣਾਏ ਜੀ। ਵੱਡੇ ਮੀਡੀਆ ਹਾਊਸ ਨੂੰ ਆਪਣੇ ਕਬਜ਼ੇ 'ਚ ਲੈ ਕੇ ਆਂਦਾ, ਚਾਹੇ ਉਹਨਾਂ ਨੂੰ ਮੈਂਬਰੀਆਂ ਦਿੱਤੀਆਂ, ਕੁਝ ਲਾਲਚ ਦਿੱਤੇ ਜਾਂ ਕਿਸੇ ਹੋਰ ਤਰੀਕੇ ਨਾਲ ਕਿਸੇ ਨੂੰ ਰਾਜ ਸਭਾ ਦੀ ਮੈਂਬਰੀ ਦਿੱਤੀ, ਕਿਸੇ ਨੂੰ ਕੁਛ ਕੀਤਾ। ਜਿਹੜੇ ਉਹਨਾਂ ਦੇ ਹੱਥ 'ਚ ਨਹੀਂ ਆਉਂਦੇ ਸੀ, ਜਿਹੜੇ ਉਹਨਾਂ ਦੇ ਖਿਲਾਫ ਬੋਲਦੇ ਸੀ, ਉਹਨਾਂ ਲਈ ਫਿਰ ਵੱਡੇ ਕਾਨੂੰਨਾਂ ਦਾ ਸਹਾਰਾ ਲਿਆ, ਜਿਹਦੇ ਅਪਰਾਧਿਕ ਕਾਨੂੰਨ ਸੀ। ਜਿੱਦਾਂ ਅਸੀਂ ਜਾਣਦੇ ਹਾਂ ਕਿ ਸਭ ਤੋਂ ਵੱਧ ਪ੍ਰਯੋਗ ਇਸ ਸਰਕਾਰ ਨੇ ਦੇਸ਼ ਧਰੋਹ ਦੇ ਕਾਨੂੰਨ ਦਾ ਕੀਤਾ। ਸਟੈਨ ਸਵਾਮੀ ਵਾਲੀ ਗੱਲ ਅਸੀਂ ਬੀਤੇ ਦਿਨਾਂ ਤੋਂ ਕਰ ਰਹੇ ਹਾਂ, ਅੱਜ ਵੀ ਉਹ ਵਿਸ਼ਾ ਹਲੇ ਵੀ ਚਰਚਾ 'ਚ ਆ। ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਵੀ ਉਹਦੇ ਤੇ ਟਵੀਟ ਕੀਤਾ ਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਆ ਕਿ ਜਿਹੜੇ ਤੁਹਾਡੇ ਨਾਗਰਿਕ ਨੇ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਕਦਰ ਕੀਤੀ ਜਾਵੇ। ਗੱਲ ਪ੍ਰੈਸ ਦੀ ਆਜ਼ਾਦੀ ਦੀ ਹੋ ਰਹੀ ਸੀ ਕਿ ਇਹਨਾਂ ਨੇ ਉਹ ਜਿਹੜੇ ਕਾਨੂੰਨ ਆ ਉਹਨਾਂ ਦੀ ਵਰਤੋਂ ਕੀਤੀ ਉਹਨਾਂ ਦੇ ਖਿਲਾਫ, ਉਹਨਾਂ ਲੋਕਾਂ ਦੇ ਖਿਲਾਫ ਜਿਹੜੇ ਉਸ ਪ੍ਰੈਸ ਨੂੰ ਉਸ ਤਰੀਕੇ ਨਾਲ ਨਹੀਂ ਚੱਲਣ ਦੇ ਰਹੇ ਸੀ ਜਿੱਦਾਂ ਸਰਕਾਰ ਚਾਹੁੰਦੀ ਸੀ। ਉਸ ਤੋਂ ਬਾਅਦ ਇਹਨਾਂ ਨੇ ਇੱਕ ਮਜ਼ਬੂਤ IT ਸੈੱਲ ਬਣਾਇਆ ਜੀ। BJP ਦੇ IT ਸੈੱਲ ਦੀ ਬਹੁਤ ਚਰਚਾ ਰਹਿੰਦੀ ਹੈ ਤੇ ਉਹਨਾਂ ਨੂੰ ਇਹਨਾਂ ਨੇ ਬਹੁਤ ਸਾਰੀਆਂ ਸੁਵਿਧਾਵਾਂ ਵੀ ਦਿੱਤੀਆਂ, ਬਹੁਤ ਸਾਰੇ ਸਿਸਟਮ ਦਾ ਇਦਾਂ ਦਾ ਬਣਾਇਆ ਕਿ ਜਿੱਥੇ ਕੋਈ ਬੰਦਾ ਸਰਕਾਰ ਦੇ ਖਿਲਾਫ ਕੋਈ ਗੱਲ ਕਰਦਾ ਸੀ, ਜਿੱਥੇ ਕਿਸੇ ਬੰਦੇ ਦੇ ਵਿਚਾਰਕ ਮਤਭੇਦ ਸੀ, ਉਹ ਚਾਹੇ ਕਿੱਡਾ ਵੀ ਵੱਡਾ ਹੋਵੇ, ਉਹਦੇ ਦੁਆਲੇ ਉਹ ਜਿਹੜਾ ਸੀਗਾ ਇਹਨਾਂ ਦਾ IT ਸੈੱਲ ਸੀ ਉਹ ਟੁੱਟ ਕੇ ਪੈ ਜਾਂਦਾ ਸੀ। ਬਹੁਤ ਵੱਡੇ ਪੱਤਰਕਾਰਾਂ ਨੂੰ ਬਹੁਤ ਘਟੀਆ ਗਾਲਾਂ ਤੱਕ ਸੁਣਨ ਨੂੰ ਮਿਲੀਆਂ ਜੀ। ਰੇਪ ਤੱਕ ਦੀਆਂ ਧਮਕੀਆਂ ਬਰਖਾ ਦੱਤ ਵਰਗੇ ਵੱਡੇ ਪੱਤਰਕਾਰਾਂ ਨੂੰ ਵੀ ਸੁਣਨ ਨੂੰ ਮਿਲੀਆਂ ਸੀ। ਆਮ ਫੇਸਬੁੱਕ ਜਾਂ YouTube, WhatsApp, ਜਿੰਨੇ ਤੁਹਾਡੇ ਸੋਸ਼ਲ ਮੀਡੀਆ ਪਲੇਟਫਾਰਮ ਆ, ਇਹਨਾਂ ਸਾਰਿਆਂ ਦੇ ਉੱਤੇ ਅਸੀਂ ਇਹ ਗੱਲਾਂ ਜਿਹੜੀਆਂ ਉਹ ਦੇਖਦੇ ਹਾਂ ਜੀ। ਜਦੋਂ ਅਸੀਂ ਲੋਕਤੰਤਰ ਦੀ ਗੱਲ ਕਰਦੇ ਸੀ, ਸਰਕਾਰ ਤੋਂ ਬਾਅਦ ਜਿਹੜੀ ਪ੍ਰੈਸ ਆ ਉਹਨੂੰ ਬਹੁਤ ਵੱਡੀ ਜਿਹੜੀ ਆ ਅਹਿਮੀਅਤ ਦਿੱਤੀ ਜਾਂਦੀ ਹੈ। ਪਰ ਇਸ ਰਿਪੋਰਟ ਦੇ ਨਾਲ ਇਹ ਸਿੱਧ ਹੁੰਦਾ ਕਿ ਜਿਹੜੀ ਪ੍ਰੈਸ ਦੀ ਆਜ਼ਾਦੀ ਆ ਉਹਨੂੰ ਕੁਚਲਣ ਲਈ ਬਹੁਤੇ ਜਿਹੜੇ ਲੀਡਰ ਨੇ, ਦੇਸ਼ਾਂ ਦੇ ਮੁਖੀ ਨੇ, ਉਹ ਤਾਨਾਸ਼ਾਹ ਵਰਗਾ ਰਵੱਈਆ ਜਿਹੜਾ ਆ ਅਪਣਾਉਂਦੇ ਨੇ ਜੀ। ਗੱਲਾਂ ਤੇ ਅਸੀਂ ਵਿਸ਼ਵ ਗੁਰੂ ਬਣਨ ਦੀਆਂ ਕਰਦੇ ਹਾਂ, ਪਰ ਜਦ ਚਾਹੇ ਅਸੀਂ ਔਰਤਾਂ ਦੀ ਆਜ਼ਾਦੀ ਦੀ ਗੱਲ ਕਰੀਏ, ਚਾਹੇ ਅਸੀਂ ਪ੍ਰੈਸ ਦੀ ਆਜ਼ਾਦੀ ਦੀ ਗੱਲ ਕਰੀਏ, ਚਾਹੇ ਅਸੀਂ ਇੱਥੇ ਚੰਗੇ ਖਾਣੇ ਦੀ ਗੱਲ ਕਰੀਏ, ਚਾਹੇ ਭੁੱਖਮਰੀ ਦੀ ਗੱਲ ਕਰੀਏ, ਤੇ ਸਾਡਾ ਜਿਹੜਾ ਨੰਬਰ ਆ ਉਹ ਦਿਨ ਪਰ ਦਿਨ ਫਾਡੀਆਂ 'ਚ ਹੀ ਗਿਣਿਆ ਜਾਂਦਾ। ਅਗਲੀ ਗੱਲ ਕਿਸਾਨ ਅੰਦੋਲਨ ਦੀ ਕਰ ਲੈਂਦੇ ਆ। ਕੱਲ ਕਿਸਾਨ ਸੜਕਾਂ ਤੇ ਉਤਰੇ ਸੀ, ਕੇਂਦਰ ਸਰਕਾਰ ਦੇ ਖਿਲਾਫ, ਮਹਿੰਗਾਈ ਦੇ ਖਿਲਾਫ ਨਾਅਰੇ ਲਗਾ ਰਹੇ ਸੀ, ਤੇ ਕਿਵੇਂ ਦਾ ਰਿਹਾ ਉਹ ਰੋਸ ਪ੍ਰਦਰਸ਼ਨ? ਜੇ ਉਸ ਰੋਸ ਪ੍ਰਦਰਸ਼ਨ ਦੀ ਗੱਲ ਕਰੀਏ ਤੇ ਜਿਹੜਾ 8 ਜੁਲਾਈ ਦਾ ਸੀਗਾ ਉਹਨਾਂ ਦਾ ਇੱਕ ਕਾਲ ਕਿ ਸਾਰੇ ਦੇਸ਼ ਦੇ ਵਿੱਚ ਅਸੀਂ ਮਹਿੰਗਾਈ ਦੇ ਖਿਲਾਫ ਜਿਹੜੀ ਆ ਪ੍ਰਦਰਸ਼ਨ ਕਰਨਾ ਆ, 2 ਘੰਟੇ ਦਾ ਸੀਗਾ। ਪੰਜਾਬ ਦੇ ਵਿੱਚੋਂ ਹੀ ਕੋਈ 2000 ਜਗ੍ਹਾ ਤੇ ਕਿਸਾਨਾਂ ਨੇ ਪ੍ਰਦਰਸ਼ਨ ਕੀਤੇ ਜੀ। ਅਸੀਂ ਪਹਿਲਾਂ ਵੀ ਮੈਂ ਇਸ ਗੱਲ ਦੇ ਵਿੱਚ ਕਹਿਣਾ ਕਿ ਇਹ ਪ੍ਰਦਰਸ਼ਨ ਸਿਰਫ ਕਿਸਾਨਾਂ ਨੇ ਨਹੀਂ ਕੀਤੇ ਤੇ ਨਾ ਹੀ ਇਕੱਲੇ ਕਿਸਾਨਾਂ ਨੂੰ ਕਰਨੇ ਚਾਹੀਦੇ ਸੀ, ਇਹ ਸਾਰੇ ਭਾਰਤ ਦੇ ਲੋਕਾਂ ਨੂੰ ਕਰਨੇ ਚਾਹੀਦੇ ਜੀ। ਪਰ ਇੱਕ ਗੱਲ ਹੈਗੀ ਆ ਕਿ ਸਾਡੇ ਜਿਹੜੇ ਲੋਕਾਂ ਦੀ ਸਹਿਣ ਸ਼ਕਤੀ ਆ ਉਹ ਦਿਨ ਪ੍ਰਤੀ ਦਿਨ ਬਹੁਤ ਜ਼ਿਆਦਾ ਵਧੀ ਜਾਂਦੀ ਹੈ। 60 ਰੁਪਏ ਵਾਲੀ ਚੀਜ਼ 62 ਰੁਪਏ ਨੂੰ ਮਿਲਦੀ ਆ, 63 ਰੁਪਏ ਨੂੰ ਮਿਲਦੀ ਆ, 64 ਨੂੰ ਮਿਲਦੀ ਆ, 65 ਨੂੰ ਮਿਲਦੀ ਆ, ਕਦੀ ਉਹ 20 ਪੈਸੇ ਵੱਧ ਜਾਂਦੀ ਆ, ਕਦੀ ਉਹ 25 ਪੈਸੇ ਵੱਧ ਜਾਂਦੀ ਆ, ਕਦੀ ਉਹ 54 ਵੱਧ ਜਾਂਦੀ ਆ, ਕਦੀ ਥੇਲੀ ਵੱਧ ਜਾਂਦੀ ਆ, 100 ਰੁਪਏ ਤੱਕ ਹੋ ਗਈ ਜੀ। ਤੇ ਹਾਲੇ ਵੀ ਪ੍ਰਦਰਸ਼ਨ ਕੌਣ ਕਰ ਰਿਹਾ? ਸਿਰਫ ਕਿਸਾਨ। ਇਹ ਜਿਹੜੀ ਗੱਲ ਆ ਉਹ ਇਸੇ ਗੱਲ ਦਾ ਇਸ਼ਾਰਾ ਕਰਦੀ ਆ ਵੀ ਅਸੀਂ ਆਪਣੇ ਹੱਕਾਂ ਲਈ ਵੀ ਬੋਲ ਨਹੀਂ ਸਕਦੇ। ਅਸੀਂ ਇਹ ਤਾਂ ਚਾਹੁੰਦੇ ਆ ਕਿ ਭਗਤ ਸਿੰਘ ਦਾ ਜਨਮ ਹੋਵੇ ਪਰ ਉਹ ਗਵਾਂਢੀਆਂ ਦਾ ਮੁੰਡਾ ਹੋਵੇ, ਅਸੀਂ ਉਹਦੇ ਲਈ ਤਾੜੀਆਂ ਤਾਂ ਮਾਰ ਲਈਏ, ਪਰ ਅਸੀਂ ਆਪ ਗਲਤ ਨੂੰ ਗਲਤ ਕਹਿਣ ਦਾ ਜਿਹੜਾ ਹਿੰਮਤ ਆ ਉਹ ਗਵਾ ਚੁੱਕੇ ਹਾਂ। ਉਹਦੇ ਪਿੱਛੇ ਬਹੁਤ ਸਾਰੇ ਕਾਰਨ ਹੋਣਗੇ। ਜੇ ਅਸੀਂ ਉਧਰ ਨੂੰ ਤੁਰ ਪਈਏ ਤਾਂ ਪ੍ਰੋਗਰਾਮ ਹੋਰ ਕਿਸੇ ਪਾਸੇ ਚਲਾ ਜਾਊਗਾ। ਸਾਡੇ ਆਪਣੇ ਛੋਟੇ ਨਿੱਜੀ ਫਾਇਦੇ ਜੁੜੇ ਹੋਏ ਨੇ ਪਾਰਟੀਆਂ ਨਾਲ ਜਾਂ ਪਾਰਟੀਆਂ ਦੇ ਲੀਡਰਾਂ ਨਾਲ, ਇਸ ਕਰਕੇ ਵੀ ਅਸੀਂ ਕਹਿੰਦੇ ਹਾਂ ਕਿ ਅਸੀਂ ਇੱਦਾਂ ਨਹੀਂ ਕਰਨਾ। ਕਈ ਵਾਰ ਅਸੀਂ ਆਪਣੇ ਕੰਮਾਂ 'ਚ ਬਿਜ਼ੀ ਹਾਂ, ਫਿਰ ਕਈ ਵਾਰ ਅਸੀਂ ਲੱਗਦਾ ਯਾਰ AC 'ਚ ਬੈਠੇ ਹਾਂ, ਕੋਈ ਗੱਲ ਨਹੀਂ 100 ਦਾ ਹੀ ਪਵਾਂਗੇ, 102 ਦਾ ਵੀ ਪਵਾ ਲਾਂਗੇ, ਕਿੱਥੇ ਸੜਕ ਤੇ 2 ਘੰਟੇ ਖੜੇ ਹੋਣਾ ਜੀ।
ਪਰ ਇਹ ਗੱਲ ਆਮ ਤੌਰ ਤੇ ਕਹੀ ਜਾਂਦੀ ਹੈ ਕਿ ਜੇ ਤੁਸੀਂ ਗਲਤ ਦੇ ਵਿਰੁੱਧ ਆਵਾਜ਼ ਨਹੀਂ ਉਠਾਉਂਦੇ ਤਾਂ ਫਿਰ ਤੁਸੀਂ ਉਸ ਗਲਤ ਦਾ ਹਿੱਸਾ ਆ। ਸੋ ਕਿਸਾਨਾਂ ਨੇ ਇਸ ਪ੍ਰਦਰਸ਼ਨ ਨੂੰ ਅੰਜਾਮ ਦਿੱਤਾ। ਪੂਰੇ ਭਾਰਤ ਦੇ ਵਿੱਚੋਂ ਹੀ ਇਹੋ ਜਿਹੀਆਂ ਖਬਰਾਂ ਮਿਲੀਆਂ, ਪਰ ਬਹੁਤ ਸਾਰੀਆਂ ਜਿਹੜੀਆਂ ਤੁਹਾਡੀਆਂ ਪੋਲੀਟੀਕਲ ਪਾਰਟੀਆਂ ਆ ਉਹਦੇ ਚੋਂ ਨਦਾਰਦ ਰਹੀਆਂ। ਇਹਨਾਂ ਨੇ ਸਿਰਫ ਔਰ ਸਿਰਫ ਰਾਜਨੀਤੀ ਘੋਲ ਲਈ ਆ ਕਿ ਉਹ ਕਰਨਗੇ ਤੇ ਅਸੀਂ ਵੱਖਰਾ ਕਰਾਂਗੇ, ਅਸੀਂ ਕਰਾਂਗੇ ਤਾਂ ਅਸੀਂ ਵੱਖਰਾ ਕਰਾਂਗੇ। ਜੇ ਕਿਸਾਨਾਂ ਵਾਂਗ ਮਹਿੰਗਾਈ ਦੇ ਅੰਦੋਲਨ ਨੂੰ ਵੀ ਇੱਕ ਅੰਦੋਲਨ ਬਣਾ ਲਿਆ ਜਾਵੇ, ਪਾਰਟੀਬਾਜ਼ੀ ਤੋਂ, ਧਰਮ ਤੋਂ, ਜਾਤੀ ਤੋਂ, ਬਾਕੀ ਸਾਰੀ ਚੀਜ਼ਾਂ ਤੋਂ ਉੱਪਰ ਉੱਠ ਕੇ, ਤੇ ਸਰਕਾਰ 2 ਦਿਨਾਂ 'ਚ ਮਜਬੂਰ ਹੋ ਜਾਊਗੀ ਇਸ ਕੰਮ ਨੂੰ ਕਰਨ ਲਈ। ਪਰ ਗੱਲ ਫਿਰ ਉਸ ਪਰ ਤੇ ਰੁਕੀ ਹੋਈ ਆ ਕਿ ਜੇ ਅਸੀਂ ਬਾਕੀ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਇਕੱਠੇ ਹੋ ਕੇ ਤੁਰੀਏ, ਪਰ ਗਲਤ ਨੂੰ ਗਲਤ ਕਹਿਣ ਵਾਲੀ ਜਿਹੜੀ ਗੱਲ ਆ ਉਹ ਪੈਦਾ ਕਰਨੀ ਪਵੇਗੀ, ਨਹੀਂ ਤੇ ਸਰਕਾਰਾਂ ਸਾਡੇ ਤੇ ਆਪਣੀ ਮਨਮਰਜ਼ੀ ਜਿਹੜੀ ਆ ਉਹ ਥੋਪਦੀਆਂ ਰਹਿਣਗੀਆਂ। ਬਿਲਕੁਲ। ਜਾਂਦੇ ਜਾਂਦੇ ਗੱਲ ਕਰੋਨਾ ਮਹਾਮਾਰੀ ਦੀ ਕਰ ਲਈਏ ਤੇ ਟੀਕਿਆਂ ਨੂੰ ਲੈ ਕੇ ਹੁਣ ਕਿਹੜਾ ਰੌਲਾ ਪੈ ਗਿਆ? ਇੱਕ ਤੁਹਾਡੀ ਕਰੋਨਾ ਮਹਾਮਾਰੀ ਤੇ ਇੱਕ ਕਿਸਾਨ ਅੰਦੋਲਨ, ਇਹ ਮੋਦੀ ਸਰਕਾਰ ਨੂੰ ਨਹੀਂ ਛੱਡਦੇ। ਕੋਵਿਡ ਦੀ ਜਿਹੜੀ ਲਹਿਰ ਆ ਉਹ ਦਿਨ ਪ੍ਰਤੀ ਦਿਨ ਠੀਕ ਹੋ ਰਹੀ ਆ, ਪਰ ਬੀਤੇ ਦਿਨਾਂ ਦੇ ਵਿੱਚ ਮੌਤਾਂ ਦੀ ਜਿਹੜੀ ਸਰਕਾਰੀ ਗਿਣਤੀ ਉਹਦੇ 'ਚ ਵੀ ਥੋੜ੍ਹਾ ਜਿਹਾ ਵਾਧਾ ਨਜ਼ਰ ਆਇਆ। 900 ਦੇ ਕਰੀਬ 24 ਘੰਟਿਆਂ 'ਚ ਮੌਤਾਂ ਹੋਈਆਂ ਤੇ 43,000 ਨਵੇਂ ਕੇਸ ਮਿਲੇ ਤੇ ਐਕਟਿਵ ਕੇਸਾਂ ਦੀ ਗਿਣਤੀ ਜਿਹੜੀ ਉਹ 4-4.5 ਲੱਖ ਦੇ ਨੇੜੇ ਜਿਹੜੀ ਆ ਉਹ ਬਚ ਗਈ ਆ। ਬਹੁਤ ਸਾਰੇ ਜਿਹੜੇ ਆਰਜੀ ਤੌਰ ਤੇ ਹਸਪੀਟਲ ਬਣਾਏ ਗਏ ਸੀ ਉਹ ਹੁਣ ਡਿਸਮੈਂਟਲ ਕੀਤੇ ਜਾ ਰਹੇ, ਉਹਨਾਂ ਨੂੰ ਨਿਬੇੜਿਆ ਜਾ ਰਿਹਾ, ਸਮੇਟਿਆ ਜਾ ਰਿਹਾ। ਪਰ ਜਿਹੜੀ ਤੀਜੀ ਲਹਿਰ ਆ ਉਹਦਾ ਖਤਰਾ ਵੀ ਬਣਿਆ ਹੋਇਆ। ਕੋਰੋਨਾ ਦੇ ਵਿੱਚ ਇੱਕ ਹੋਰ ਬੜੀ ਮਜ਼ੇਦਾਰ ਜੀ ਖਬਰ ਸਾਹਮਣੇ ਆਈ ਹੈ ਜੀ। ਬ੍ਰਾਜ਼ੀਲ ਨੇ ਭਾਰਤ ਬਾਇਓਟੈਕ ਤੋਂ ਕੋਵੈਕਸੀਨ ਦਾ ਸਮਝੌਤਾ ਕੀਤਾ ਸੀ 1 ਮਾਰਚ ਦੇ ਵਿੱਚ। ਕੋਈ ਉਹ $32 ਕਰੋੜ ਦਾ ਸਮਝੌਤਾ ਸੀਗਾ ਤੇ ਬ੍ਰਾਜ਼ੀਲ ਦੀ ਸਰਕਾਰ ਦਾ ਉਹ ਸਭ ਤੋਂ ਵੱਡਾ ਟੀਕਿਆਂ ਦਾ ਸਮਝੌਤਾ ਸੀ। ਉਹ 2375 ਕਰੋੜ ਉਹਦੀ ਜਿਹੜੀ ਕੀਮਤ ਬਣਦੀ ਸੀ। ਡੀਲ ਫਾਈਨਲ ਹੋ ਗਈ ਬ੍ਰਾਜ਼ੀਲ ਦੀ ਸਰਕਾਰ ਦੀ ਭਾਰਤ ਬਾਇਓਟੈਕ ਨਾਲ ਕਿ ਅਸੀਂ ਤੁਹਾਡੇ ਤੋਂ ਜਿਹੜੇ ਟੀਕੇ ਆ ਕੋਵੈਕਸੀਨ ਮੰਗਾਉਣੇ ਆ। ਰੇਟ ਫਾਈਨਲ ਹੋ ਗਿਆ। ਇਹਨਾਂ ਨੇ ਉੱਥੇ ਦੀ ਹੈਲਥ ਮਿਨਿਸਟਰੀ ਤੋਂ ਜਾਂ ਜਿਹੜੀ ਉੱਥੇ ਦੀ ਸੰਸਥਾ ਹੈ ਉਹਨਾਂ ਤੋਂ ਮਨਜ਼ੂਰੀ ਮੰਗੀ ਕਿ ਸਾਨੂੰ ਮਨਜ਼ੂਰੀ ਦਿੱਤੀ ਜਾਵੇ ਇੱਥੇ ਇਸ ਟੀਕੇ ਨੂੰ ਵੇਚਣ ਦੀ ਤੇ ਇਹਨੂੰ ਲਾਉਣ ਦੀ। ਉਹਨਾਂ ਨੇ ਜਦੋਂ ਮਾਰਚ ਦੇ ਵਿੱਚ ਮਨਜ਼ੂਰੀ ਮੰਗੀ 8 ਮਾਰਚ ਨੂੰ ਤੇ 30 ਮਾਰਚ ਨੂੰ ਉਸ ਕੰਪਨੀ ਨੇ ਉਸ ਮਨਜ਼ੂਰੀ ਨੂੰ ਦੇਣ ਦੀ, ਕੰਪਨੀ ਨੇ ਨਹੀਂ ਸੌਰੀ ਬ੍ਰਾਜ਼ੀਲ ਦੀ ਹੈਲਥ ਇੰਸਟੀਟਿਊਸ਼ਨ ਨੇ ਨਾ ਕਰਤੀ ਕਿ ਤੁਹਾਡਾ ਟੀਕਾ ਜਿਹੜਾ ਆ WHO ਤੋਂ ਵੀ ਪ੍ਰਮਾਣਿਤ ਨਹੀਂ ਹੈਗਾ ਤੇ ਉਹਨੂੰ ਹਾਲੇ ਅਸੀਂ ਇਹਨੂੰ ਜਿਹੜੀ ਆ ਆਗਿਆ ਨਹੀਂ ਦਿੰਦੇ। ਪਰ ਭਾਰਤ ਬਾਇਓਟੈਕ ਨੇ ਉਹਦਾ ਖੰਡਨ ਨਹੀਂ ਕਿਤੇ ਕੀਤਾ। ਇਹਨਾਂ ਨੇ ਝੂਠ ਕਹਿ ਦਿੱਤਾ ਆਪਣੇ ਬਿਆਨ ਦੇ ਵਿੱਚ ਕਿ ਸਾਨੂੰ ਉਹ ਮਨਜ਼ੂਰੀ ਜਿਹੜੀ ਆ ਉਹ ਮਿਲ ਗਈ ਆ। ਹੁਣ ਬ੍ਰਾਜ਼ੀਲ ਦੇ ਵਿੱਚ ਜੀ ਪਿਛਲੇ ਕਾਫੀ ਦਿਨਾਂ ਤੋਂ ਕੋਵੈਕਸੀਨ ਦੇ ਨਾਮ ਦੇ ਨਾਲ ਹੱਲਾ ਗੁੱਲਾ ਮਚਿਆ ਹੋਇਆ। ਉੱਥੇ ਬਵਾਲ ਮਚਿਆ ਹੋਇਆ, ਰੌਲਾ ਪਿਆ ਹੋਇਆ, ਜਾਂਚ ਤੱਕ ਹੋਣ ਡਈ ਆ, ਸੰਸਦ ਦੇ ਵਿੱਚ ਵੀ ਰੌਲਾ ਪੈ ਰਿਹਾ। ਬੋਲਸਨਾਰੋ ਜਿਹੜੇ ਰਾਸ਼ਟਰਪਤੀ ਆ ਉਹਨਾਂ ਦੇ ਖਿਲਾਫ ਸੁਪਰੀਮ ਕੋਰਟ 'ਚ ਜਾਂਚ ਸ਼ੁਰੂ ਹੋ ਗਈ ਹੈ, ਪਰ ਭਾਰਤ 'ਚ ਉਹਦੀ ਕੋਈ ਖਬਰ ਹਾਲੇ ਤੱਕ ਸੁਣਨ ਨੂੰ ਨਹੀਂ ਮਿਲੀ। ਸਾਡੇ ਨਾਲ ਉਹਦਾ ਕੁਝ ਜੁੜਾਵ ਨਹੀਂ ਹੈਗਾ। ਪਰ ਭਾਰਤ ਬਾਇਓਟੈਕ ਇੱਕ ਬਹੁਤ ਵੱਡੀ ਕੰਪਨੀ ਆ, ਪੂਰੀ ਦੁਨੀਆ 'ਚ ਉਹਨਾਂ ਦਾ ਨਾਂ ਆ। ਉਹਨਾਂ ਨੂੰ ਇਹ ਗੱਲ ਸਾਹਮਣੇ ਆ ਕੇ ਦੱਸਣੀ ਚਾਹੀਦੀ ਆ ਵੀ ਅਸੀਂ ਇਹ ਜਿਹੜਾ ਟੀਕਾ ਆ ਇਹਦੀ ਮਨਜ਼ੂਰੀ ਸਾਡੇ ਕੋਲ ਹੈਗੀ ਸੀ ਕਿ ਨਹੀਂ ਹੈਗੀ ਸੀ। ਉੱਥੇ ਇਸ ਜਿਹੜੀ ਜਾਂਚ ਆ, ਜਿਹੜੀ ਇਹ ਸੌਦਾ ਆ ਉਹਨੂੰ ਰੱਦ ਕਰ ਦਿੱਤਾ ਗਿਆ ਤੇ ਉੱਥੇ ਦੇ ਜਿਹੜੇ ਇੱਕ ਪੱਤਰਕਾਰ ਆ ਉਹਨਾਂ ਨਾਲ ਗੱਲ ਹੁੰਦੀ ਆ ਜਿਹੜੇ ਉੱਥੋਂ ਹਿੰਦੁਸਤਾਨ ਦੀਆਂ ਵੱਡੀਆਂ ਅਖਬਾਰਾਂ ਲਈ ਲਿਖਦੇ ਆ। ਉਹਨਾਂ ਨੇ ਕਿਹਾ ਕਿ ਇੱਥੇ ਇੰਨਾ ਰੌਲਾ ਪਿਆ ਹੋਇਆ, ਜੇ ਕਿਸੇ ਵੀ ਆਮ ਬੰਦੇ ਨੂੰ ਪੁੱਛ ਲਓ ਕਿ ਤੁਹਾਨੂੰ ਕੋਵੈਕਸੀਨ ਬਾਰੇ ਪਤਾ ਤੇ ਉਹ ਕਹਿੰਦੇ ਹਾਂ ਇਹ ਉਹ ਟੀਕਾ ਆ ਜਿਹੜਾ ਹਿੰਦੁਸਤਾਨ ਤੋਂ ਆਉਣਾ ਸੀ ਤੇ ਜਿਹਦੇ 'ਚ ਕੁਝ ਘਪਲਾ ਹੋਣਾ ਆ ਤੇ ਇਹ ਅਸੀਂ ਜੇ ਆਊਗਾ ਤਾਂ ਅਸੀਂ ਇਹ ਟੀਕਾ ਜਿਹੜਾ ਆ ਉਹ ਨਹੀਂ ਲਵਾਉਣਾ। ਜਾਂਚ ਦੇ ਵਿੱਚ ਹੀ ਇੱਕ ਹੋਰ ਗੱਲ ਸਾਹਮਣੇ ਆਈ ਆ ਕਿ ਉਹਨਾਂ ਨੇ ਜਿਹੜੀ ਉਹ ਡੀਲ ਕੀਤੀ ਆ ਉਹ ਫਾਈਜ਼ਰ ਉਹਨਾਂ ਨੂੰ ਉਹਦੇ ਨਾਲੋਂ ਸਸਤਾ ਮਿਲਦਾ ਸੀ, ਇਹ ਟੀਕਾ ਉਹਨਾਂ ਨੇ ਉਹ ਤੋਂ ਮਹਿੰਗਾ ਲਿਆ। ਤੇ ਭਾਰਤ ਬਾਇਓਟੈਕ ਨੇ ਹਾਲਾਂਕਿ ਡੀਲ ਦੇ ਵਿੱਚ ਸਮਝੌਤੇ 'ਚ ਲਿਖਿਆ ਸੀਗਾ ਕਿ ਅਸੀਂ ਇੰਨੇ ਟੀਕੇ ਦੇਣੇ ਆ ਤੇ ਸਾਨੂੰ ਜਿਹੜਾ ਉਹ 2375 ਕਰੋੜ ਮਿਲਣੇ ਆ, ਪਰ ਉਹਨਾਂ ਨੇ 334 ਕਰੋੜ ਦਾ ਇੱਕ ਵੱਖਰਾ ਬਿੱਲ ਸਿੰਗਾਪੁਰ ਦੀ ਕਿਸੇ ਕੰਪਨੀ ਤੋਂ ਬਣਾ ਕੇ ਭੇਜਿਆ। ਹੁਣ ਉਹ ਵੀ ਇੱਕ ਉੱਥੇ ਭ੍ਰਸ਼ਟਾਚਾਰ ਦਾ ਮਾਮਲਾ ਉਹਦੇ 'ਚ ਜਦੋਂ ਦੂਰੋਂ ਦੇਖੀਏ ਕਿ ਤੁਸੀਂ ਇੱਕ ਚੀਜ਼ ਖਰੀਦੀ ਆ, ਮੇਰੇ ਕੋਲੋਂ ਖਰੀਦੀ ਆ ਤੇ ਬਿੱਲ ਇੱਕ ਤੀਸਰੇ ਬੰਦੇ ਦੇ ਨਾਂ ਦਾ ਤੁਸੀਂ ਉੱਥੇ ਭੇਜ ਦਿਓ ਵੀ 334 ਕਰੋੜ ਮੈਨੂੰ ਐਡਵਾਂਸ ਦੇ ਦਿਓ ਤੇ ਉਹਦੇ 'ਚੋਂ ਫਿਰ ਕਿਤੇ ਨਾ ਕਿਤੇ ਧੂਏ ਦੀ ਸਮੈਲ ਤੇ ਆਉਂਦੀ ਹੈ ਨਾ ਉਹਦੇ 'ਚੋਂ ਕਿ ਹਾਂ ਇੱਥੇ ਕੁਝ ਗੜਬੜ ਹੋਈ ਹੈ। ਹਾਲਾਂਕਿ ਭਾਰਤ ਬਾਇਓਟੈਕ ਦਾ ਕਹਿਣਾ ਹੈ ਕਿ ਇਹ ਜਿਹੜੀ ਕੰਪਨੀ ਹੈ ਇਹ ਸਾਡੇ ਜਿਹੜੇ ਮਾਲਕ ਨੇ ਉਹਨਾਂ ਦੇ ਨਾਮ ਦੀ ਹੀ ਹੈ, ਪਰ ਰੌਲਾ ਉੱਥੇ ਪਿਆ ਹੋਇਆ ਤੇ ਇੰਨੀ ਗੱਲ ਪੱਕੀ ਆ ਵੀ ਉਹ ਜਿਹੜੀ ਡੀਲ ਆ ਉਹ ਹੁਣ ਲਗਭਗ ਖਟਾਈ 'ਚ ਹੀ ਆ। ਤੇ ਜੇ ਭਾਰਤ ਬਾਇਓਟੈਕ ਜਲਦੀ ਕੋਈ ਆਪਣਾ ਸਪਸ਼ਟੀਕਰਨ ਇੱਕ ਸਹੀ ਤਰੀਕੇ ਨਾਲ ਅੰਤਰਰਾਸ਼ਟਰੀ ਪੱਧਰ ਤੇ ਨਹੀਂ ਦਿੰਦੀ ਤਾਂ ਇਹ ਇੱਕ ਵੱਡੀ ਜਿਹੜੀ ਕੰਪਨੀ ਆ ਉਹਦੀ ਸਾਖ ਦੇ ਉੱਤੇ ਇੱਕ ਬੱਟਾ ਜਿਹੜਾ ਆ ਉਹ ਜ਼ਰੂਰ ਲੱਗੇਗਾ। ਜੀ ਅੱਜ ਦੇ ਪ੍ਰੋਗਰਾਮ 'ਚ ਬਸ ਇੰਨਾ ਹੀ। ਸ਼ਰਮਾ ਜੀ, ਅੱਜ ਦੇ ਪ੍ਰੋਗਰਾਮ 'ਚ ਸਾਡੇ ਨਾਲ ਸਾਂਝ ਪਾਉਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸ਼ੁਕਰੀਆ ਸੁਣੀ ਜੀ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।